हेलो एवरीवन वेलकम बैक टू योर ऑन ਚੈਨਲ ਸਾਇੰਟੀਆ। ਹਾਂਜੀ ਜਿਵੇਂ ਤੁਸੀਂ ਜਾਣਦੇ ਹੋ ਆਪਾਂ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਕਲੀਅਰ। ਆਪਾਂ ਨੇ ਅਗਰ ਮੈਂ ਗੱਲ ਕਰਾਂ ਈਟੀਟੀ ਕੈਡਰ ਦੀ ਐਂਡ ਪੀਟੈਟ ਦੀ, ਦੋਨਾਂ ਦਾ ਨਾ ਸਿਲੇਬਸ ਕੰਪਲੀਟ ਹੈ। ਤੁਸੀਂ ਪਲੇਲਿਸਟ ਚੈੱਕ ਕਰ ਸਕਦੇ ਹੋ, ਸਭ ਦੀਆਂ ਪਲੇਲਿਸਟਸ ਨਾਲ ਨਾਲ ਬਣੀਆਂ ਹੋਈਆਂ ਨੇ। ਕਲੀਅਰ, ਚੈੱਕ ਕਰ ਸਕਦੇ ਹੋ। ਹੁਣ ਦੇਖੋ ਆਪਾਂ ਨੂੰ ਜ਼ਰੂਰਤ ਹੈ MCQ ਸੋਲਵ ਕਰਨ ਦੀ। ਐਗਜ਼ਾਮ ਆਉਣ ਤੋਂ ਪਹਿਲਾਂ ਆਪਾਂ ਜਿੰਨੇ MCQs ਹੋ ਸਕਦੇ ਆ ਸੋਲਵ ਕਰਨੇ ਆ। ਜੋ ਮੈਂ MCQ ਕਰਵਾਉਂਗੀ ਇਹ ਦੋਨਾਂ ਲਈ ਬੈਨੀਫੀਸ਼ੀਅਲ ਹੋਣਗੇ, ਚਾਹੇ ਉਹ ETT ਕੈਡਰ ਦਾ ਐਗਜ਼ਾਮ ਦੇਣ ਜਾ ਰਹੇ ਆ, ਚਾਹੇ PTET ਦਾ ਐਗਜ਼ਾਮ ਦੇਣ ਜਾ ਰਹੇ ਆ, ਚਾਹੇ ਪੇਪਰ 1 ਹੈ ਜਾਂ ਫਿਰ 2 ਹੈ। ਕਲੀਅਰ, ਕਿਉਂਕਿ ਕੋਈ ਵੀ ਕੁਐਸਚਨ ਕਿਤੋਂ ਵੀ ਬਣ ਸਕਦਾ ਹੁੰਦਾ, ਇੰਨਾ ਕੁ ਤਾਂ ਆਪਾਂ ਨੂੰ ਪਤਾ ਹੈ। ਤਾਂ ਇਹ ਸਭ ਨੇ ਦੇਖਣੀ ਹੈ। ਜ਼ਿਆਦਾ ਵੱਡੀ ਕਲਾਸ ਨਹੀਂ ਰੱਖਾਂਗੇ, ਬਟ ਹਾਂ ਜਿੰਨੇ ਵੀ ਕੁਐਸਚਨਸ ਕਰਾਂਗੇ ਉਹਨਾਂ ਦਾ ਪੂਰਾ ਤੁਹਾਡਾ ਕਨਸੈਪਟ ਕੀ ਹੋ ਜਾਊਗਾ, ਕਲੀਅਰ ਹੋ ਜਾਊਗਾ, ਸੋ ਦੈਟ ਤੁਸੀਂ ਇੱਕ ਪ੍ਰੋਪਰ ਵੇ ਦੇ ਵਿੱਚ ਇੱਕ ਪ੍ਰਿਪਰੇਸ਼ਨ ਕਰ ਸਕੋ ਜਿੰਨਾ ਵੀ ਟਾਈਮ ਆਪਣੇ ਕੋਲ ਰਹਿ ਗਿਆ। ਕਲੀਅਰ, ਸਟਾਰਟ ਕਰਦੇ ਹਾਂ ਆਪਾਂ ਆਪਣੇ ਫਸਟ ਕੁਐਸਚਨ ਤੋਂ। ਹਾਂਜੀ ਵੇਟ, ਫਸਟ ਕੁਐਸਚਨ ਹੈ ਆਪਣੇ ਕੋਲ। ਦੇਖੋ ਫਸਟ ਕੁਐਸਚਨ ਕੀ ਕਹਿੰਦੇ, ਵਟ ਇਜ਼ ਅ ਸਟੈਪਲ ਫੂਡ। ਕਹਿੰਦੇ ਸਟੈਪਲ ਫੂਡ ਕੀ ਹੁੰਦਾ, ਆਪਾਂ ਨੇ ਇਹ ਦੱਸਣਾ। ਦੇਖੋ ਆਪਸ਼ਨਸ ਕੀ ਦਿੱਤੀਆਂ ਹੋਈਆਂ। ਹੁਣ ਦੇਖੋ ਕਈ ਬੱਚਿਆਂ ਨੂੰ ਸਟੈਪਲ ਫੂਡ ਹੀ ਨਹੀਂ ਪਤਾ ਹੋਊਗਾ, ਤਾਂ ਆਪਸ਼ਨਸ ਦੇਖ ਕੇ ਚੱਲਣਾ ਆਪਾਂ ਨੇ। ਜਿਵੇਂ ਫਸਟ ਕੀ ਹੈ, ਫੂਡ ਦੈਟ ਵੀ ਈਟ ਟੂ ਗੈਟ ਐਨਰਜੀ। ਆਪਸ਼ਨ ਬੀ ਹੈ ਫੂਡ ਦੈਟ ਗਿਵ ਡਿਜ਼ੀਨੈਸ, ਮਤਲਬ ਜਿਹਦੇ ਨਾਲ ਘਬਰਾਹਟ ਹੋਣ ਲੱਗ ਜਾਂਦੀ ਹੈ, ਚੱਕਰ ਆਉਣ ਲੱਗ ਜਾਂਦੇ ਆ। ਫੂਡ ਦੈਟ ਹੈਲਪ ਇਨ ਮੇਕਿੰਗ ਬੋਨਸ, ਫੂਡ ਦੈਟ ਗਿਵਸ ਅਸ ਫੈਟ। ਤਾਂ ਆਪਾਂ ਨੇ ਦੱਸਣਾ ਸਟੈਪਲ ਫੂਡ ਕੀ ਹੁੰਦਾ। ਦੇਖੋ ਸਟੈਪਲ ਫੂਡ ਉਹ ਹੁੰਦਾ ਜੋ ਆਪਾਂ ਨੂੰ ਐਨਰਜੀ ਦੇਣ, ਉਹ ਫੂਡ ਜੋ ਆਪਾਂ ਨੂੰ ਐਨਰਜੀ ਪ੍ਰੋਵਾਈਡ ਕਰਨ, ਉਹਨਾਂ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਸਟੈਪਲ ਫੂਡ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ, ਆਪਸ਼ਨ ਏ ਆ ਗਿਆ। ਦੇਖੋ ਜੋ ਸਟੈਪਲ ਫੂਡ ਹੁੰਦਾ ਨਾ, ਇਹ ਜਗ੍ਹਾ ਟੂ ਜਗ੍ਹਾ, ਪਲੇਸ ਟੂ ਪਲੇਸ ਵੇਰੀ ਕਰਦਾ। ਹਰ ਜਗ੍ਹਾ ਸਟੈਪਲ ਫੂਡ ਸੇਮ ਨਹੀਂ ਰਹਿੰਦਾ। ਕਿਉਂ? ਕਿਉਂਕਿ ਹੁਣ ਡਿਪੈਂਡ ਕਰਦਾ ਕਿੱਥੇ ਕਿਹੜਾ ਫੂਡ ਮਿਲ ਰਿਹਾ, ਕਿਸ ਜਗ੍ਹਾ 'ਤੇ ਆਪਾਂ ਨੂੰ ਕਿਸ ਤਰ੍ਹਾਂ ਦਾ ਫੂਡ ਮਿਲ ਰਿਹਾ, ਉਸ 'ਤੇ ਕੀ ਕਰਦਾ, ਡਿਪੈਂਡ ਕਰਦਾ। ਦਿੰਦੇ ਐਨਰਜੀ ਹੈ। ਦੇਖੋ ਇਸ ਦੀ ਐਗਜ਼ਾਮਪਲ ਅਗਰ ਮੈਂ ਗੱਲ ਕਰਾਂ, ਜਿਵੇਂ ਫਿਸ਼ ਵੀ ਕੀ ਹੈ ਆਪਣੇ ਕੋਲ, ਸਟੈਪਲ ਫੂਡ ਹੈ। ਓਟਸ, ਕਲੀਅਰ। ਇਹ ਸਾਰੇ ਕੀ ਨੇ, ਸਟੈਪਲ ਫੂਡ ਨੇ। ਇਹ ਸਾਰੀਆਂ ਚੀਜ਼ਾਂ ਕਿਸ 'ਤੇ ਡਿਪੈਂਡ ਕਰਦੀਆਂ ਨੇ, ਰਿਸੋਰਸਿਸ 'ਤੇ, ਜੋ ਆਪਾਂ ਨੂੰ ਕੀ ਹੈ ਮਿਲ ਰਹੇ ਨੇ ਖਾਣ ਦੇ ਲਈ, ਜਿਨ੍ਹਾਂ ਤੋਂ ਐਨਰਜੀ ਕੀ ਹੁੰਦੀ ਹੈ ਆਪਾਂ ਨੂੰ ਮਿਲਦੀ ਹੈ, ਪ੍ਰਾਪਤ ਹੁੰਦੀ ਹੈ। ਠੀਕ ਹੈ, ਨੈਕਸਟ ਆਪਾਂ ਗੱਲ ਕਰਾਂਗੇ ਸੈਕਿੰਡ ਕੁਐਸਚਨ ਦੀ। ਸੈਕਿੰਡ ਕੁਐਸਚਨ ਕੀ ਹੈ, ਦੇਖੋ ਆਪਣੇ ਕੋਲ, ਦ ਚੀਫ ਸੋਰਸ ਆਫ ਐਨਰਜੀ। ਚੀਫ ਸੋਰਸ ਆਫ ਐਨਰਜੀ ਕੀ ਹੈ, ਚੀਫ ਸੋਰਸ ਦਾ ਮਤਲਬ ਕਿ ਮੇਨ ਸੋਰਸ ਆਫ ਐਨਰਜੀ ਕੀ ਹੈ, ਜਿਸ ਤੋਂ ਆਪਾਂ ਨੂੰ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਐਨਰਜੀ ਮਿਲਦੀ ਹੈ। ਆਪਸ਼ਨ ਏ ਹੈ ਪ੍ਰੋਟੀਨ, ਆਪਸ਼ਨ ਬੀ ਹੈ ਫੈਟਸ, ਆਪਸ਼ਨ ਸੀ ਹੈ ਕਾਰਬੋਹਾਈਡਰੇਟਸ, ਆਪਸ਼ਨ ਡੀ ਹੈ ਆਪਣੇ ਕੋਲ ਵਾਟਰ। ਤਾਂ ਦੇਖੋ ਸਭ ਤੋਂ ਜ਼ਿਆਦਾ ਮੇਨ ਸੋਰਸ ਆਫ ਐਨਰਜੀ ਆਪਣੇ ਕੋਲ ਕੀ ਹੈ, ਕਾਰਬੋਹਾਈਡਰੇਟ, ਜੋ ਆਪਣੀ ਬੋਡੀ ਦੇ ਵਿੱਚ ਪਾਇਆ ਜਾਂਦਾ, ਜੋ ਪਟੈਟੋ ਦੇ ਵਿੱਚ ਵੀ ਹੁੰਦਾ। ਠੀਕ ਹੈ, ਤਾਂ ਫਿਸ਼ ਵਗੈਰਾ ਦੇ ਵਿੱਚ ਵੀ ਅਗਰ ਆਪਾਂ ਗੱਲ ਕਰੀਏ, ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ, ਆਪਸ਼ਨ ਸੀ ਆ ਗਿਆ। ਕਲੀਅਰ, ਨੈਕਸਟ ਆਪਾਂ ਗੱਲ ਕਰਾਂਗੇ ਕੁਐਸਚਨ ਥਰਡ ਦੀ। ਦ ਪਰਸੈਂਟੇਜ ਆਫ ਵਾਟਰ ਇਨ ਅਵਰ ਬੋਡੀ। ਆਪਣੀ ਬੋਡੀ ਦੇ ਵਿੱਚ ਕਿੰਨੀ ਪਾਣੀ ਦੀ ਪਰਸੈਂਟੇਜ ਹੁੰਦੀ ਹੈ। ਆਪਸ਼ਨ ਦੇਖ ਲਓ, 10 to 20%, 30 to 40%, 80 to 90%, 60 to 70%। ਦੇਖੋ ਵਾਟਰ ਕੀ ਹੈ, ਬਹੁਤ ਇੰਪੋਰਟੈਂਟ ਰਿਸੋਰਸ ਹੈ ਆਪਣੀ ਬੋਡੀ ਦੇ ਵਿੱਚ। ਅਗਰ ਆਪਾਂ ਨੂੰ ਇਸ ਦੀ ਕਮੀ ਹੋ ਜਾਏ ਪਾਣੀ ਦੀ, ਤਾਂ ਡੀਹਾਈਡਰੇਸ਼ਨ ਹੋ ਜਾਂਦੀ ਹੈ। ਠੀਕ ਹੈ, ਪਾਣੀ ਦੀ ਕਮੀ ਨੂੰ ਕੀ ਬੋਲਦੇ ਆਪਾਂ, ਡੀਹਾਈਡਰੇਸ਼ਨ ਬੋਲ ਦਿੰਦੇ ਹਾਂ, ਜਿਹਦੇ ਨਾਲ ਆਪਣੀ ਜੋ ਬੋਡੀ ਹੈ ਪ੍ਰੋਪਰ ਵੇ ਦੇ ਵਿੱਚ ਵਰਕ ਨਹੀਂ ਕਰ ਪਾਉਂਦੀ, ਪ੍ਰੋਪਰ ਵੇ ਦੇ ਵਿੱਚ ਕੋਈ ਵੀ ਕੰਮ ਨਹੀਂ ਹੋ ਪਾਉਂਦਾ। ਤਾਂ ਪਾਣੀ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਵੇਸਟ ਪ੍ਰੋਡਕਟ ਨੂੰ ਵੀ ਕੀ ਕਰਵਾਉਂਦਾ, ਰਿਮੂਵ ਕਰਵਾਉਣ ਦੇ ਵਿੱਚ ਵੀ ਕੀ ਕਰਦਾ, ਪਾਣੀ ਹੈਲਪ ਕਰਦਾ। ਕਲੀਅਰ, ਤਾਂ ਆਪਣੀ ਬੋਡੀ ਦੇ ਵਿੱਚ ਨੀਅਰ ਅਬਾਊਟ 60 to 70% ਪਾਣੀ ਹੁੰਦਾ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ, ਆਪਸ਼ਨ ਡੀ ਆ ਗਿਆ। ਕਲੀਅਰ, ਉਮੀਦ ਹੈ ਫਸਟ 3 ਕੁਐਸਚਨ ਸਮਝ ਆ ਗਏ ਹੋਣੇ। ਨੈਕਸਟ ਆਪਾਂ ਗੱਲ ਕਰਾਂਗੇ ਫੋਰਥ ਕੁਐਸਚਨ ਦੀ। ਦ ਵਾਟਰ ਸੋਲੂਬਲ ਵਿਟਾਮਿਨਸ ਆਰ। ਵਾਟਰ ਸੋਲੂਬਲ ਵਿਟਾਮਿਨਸ ਕਿਹੜੇ ਹੁੰਦੇ ਆਪਾਂ ਨੇ ਇਹ ਦੱਸਣੇ। ਦੇਖੋ ਜੋ ਫਿਫਥ ਕੁਐਸਚਨ ਹੈ ਇਹਦੇ ਵਿੱਚ ਕੀ ਪੁੱਛਿਆ ਹੈ, ਫੈਟ ਸੋਲੂਬਲ ਵਿਟਾਮਿਨਸ ਕੀ ਹੁੰਦੇ ਆ। ਵਿਟਾਮਿਨ ਕਿਹੜੇ ਕਿਹੜੇ ਹੁੰਦੇ ਆਪਣੇ ਕੋਲ, ਵਿਟਾਮਿਨ ਹੁੰਦੇ A, B, C, D, E ਐਂਡ K। ਇਹ ਆਪਣੇ ਕੋਲ ਕੀ ਨੇ, ਵਿਟਾਮਿਨ। ਦੇਖੋ ਇੱਕ ਟ੍ਰਿਕ ਹੈ, ਮੈਂ ਪਹਿਲਾਂ ਵੀ ਕਰਵਾਈ ਹੋਈ ਹੈ ਕਲਾਸਿਸ ਦੇ ਵਿੱਚ, ਕੀੜਾ, KEDE,
ਇਹ ਸਾਰੇ ਵਿਟਾਮਿਨ ਨੇ, ਹੈ ਨਾ। ਮੈਂ ਇੱਕ ਗਰੁੱਪ ਕਰ ਲਿਆ, ਕਿਹੜੇ ਕਿਹੜੇ ਰਹਿ ਗਏ ਆਪਣੇ ਕੋਲ, ਬੀ ਰਹਿ ਗਿਆ ਐਂਡ ਸੀ ਰਹਿ ਗਿਆ। ਕਲੀਅਰ ਹੋਇਆ। ਦੇਖੋ ਹੁਣ ਜੋ ਇਹ ਆਪਾਂ ਨੇ ਦੋ ਗਰੁੱਪ ਬਣਾ ਲਏ, ਤਾਂ ਇਹਦੇ ਵਿੱਚ ਜੋ ਆਪਣੇ ਕੋਲ ਬੀ ਅਤੇ ਸੀ ਵਿਟਾਮਿਨ ਹੈ, ਇਹ ਤਾਂ ਹੁੰਦਾ ਵਾਟਰ ਸੋਲੂਬਲ, ਜਿਹਦੇ 'ਚ ਪਾਣੀ ਘੁਲਣਸ਼ੀਲ ਹੈ। ਜੋ ਆਪਣੇ ਕੋਲ ਇਹ ਹੈ, ਇਹ ਕੀ ਇੱਕ ਫੈਟ ਸੋਲੂਬਲ ਹੈ। ਤਾਂ ਆਪਣੇ ਕੋਲ ਜੋ ਕੁਐਸਚਨ ਹੈ, ਇਹ ਆਪਣੇ ਕੋਲ ਕੀ ਪੁੱਛਿਆ ਗਿਆ ਸੀਗਾ ਕਿ ਫਸਟ ਦੇ ਵਿੱਚ ਕੀ ਪੁੱਛਿਆ ਗਿਆ ਆਪਣੇ ਕੋਲ ਕਿ ਵਾਟਰ ਸੋਲੂਬਲ ਕੀ ਹੈ। ਵਾਟਰ ਸੋਲੂਬਲ ਕਿਹੜੇ ਦੱਸਿਆ ਮੈਂ ਤੁਹਾਨੂੰ, ਬੀ ਐਂਡ ਸੀ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ, ਆਪਸ਼ਨ ਏ ਹੋ ਗਿਆ ਵਿਟਾਮਿਨ ਬੀ। ਬੀ ਕੰਪਲੈਕਸ ਬੀ ਦੇ ਵਿੱਚ ਹੀ ਆ ਜਾਊਗਾ ਵਿਟਾਮਿਨ ਸੀ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ, ਆਪਸ਼ਨ ਏ ਹੋ ਗਿਆ। ਨੈਕਸਟ ਕੀ ਹੈ, ਫੈਟ ਸੋਲੂਬਲ। ਫੈਟ ਸੋਲੂਬਲ ਵਿਟਾਮਿਨ ਕਿਹੜੇ ਦੱਸਿਆ ਮੈਂ ਹੁਣੇ ਦੱਸਿਆ ਤੁਹਾਨੂੰ, KEDA। ਤਾਂ ਆਪਸ਼ਨ ਦੇਖੋ ਫਸਟ ਦੇ ਵਿੱਚ A ਐਂਡ D ਹੈ, ਆਪਸ਼ਨ ਬੀ ਦੇ ਵਿੱਚ E ਐਂਡ K ਹੈ, ਆਪਸ਼ਨ ਸੀ ਦੇ ਵਿੱਚ ਵਿਟਾਮਿਨ ਬੀ ਦਿੱਤਾ ਹੋਇਆ ਐਂਡ ਆਪਸ਼ਨ ਡੀ ਦੇ ਵਿੱਚ ਦਿੱਤਾ ਹੋਇਆ ਬੋਥ A ਐਂਡ B। ਤਾਂ ਦੇਖੋ ਸੀ ਆਪਸ਼ਨ ਤਾਂ ਕੈਂਸਲ ਹੋ ਗਈ, A ਅਤੇ B ਦੋਨੋਂ ਆਪਸ਼ਨ ਰਾਈਟ ਨੇ, ਤਾਂ ਹੀ ਆਪਣੇ ਕੋਲ ਕੰਪਲੀਟ ਹੋਊਗਾ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ, ਆਪਸ਼ਨ ਡੀ ਹੋ ਗਿਆ। ਕਲੀਅਰ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਾਂਗੇ ਸਿਕਸਥ ਕੁਐਸਚਨ ਦੀ। ਹਾਂਜੀ, ਸਿਕਸਥ ਕੁਐਸਚਨ ਕੀ ਹੈ ਆਪਣੇ ਕੋਲ, ਵਟ ਇਜ਼ ਦਾ ਫੁੱਲ ਫੋਰਮ ਆਫ BMR। BMR ਦੀ ਫੁੱਲ ਫੋਰਮ ਕੀ ਹੁੰਦੀ ਹੈ। ਇੱਦਾਂ ਦੀ ਫੁੱਲ ਫੋਰਮਸ ਆਉਂਦੀਆਂ ਨੇ ਐਗਜ਼ਾਮ ਦੇ ਵਿੱਚ, ਧਿਆਨ ਰੱਖਿਓ। ਫਸਟ ਕੀ ਹੈ, ਬੈਸਲ ਮੈਟਾਬੋਲਿਕ ਰੇਟ। ਆਪਸ਼ਨ ਬੀ ਹੈ ਬੈਸਲ ਮੈਟੈਲਿਕ ਰੇਟ। ਆਪਸ਼ਨ ਸੀ ਹੈ ਮੈਟਾਬੋਲਿਕ ਰੇਟ ਐਂਡ ਆਪਸ਼ਨ ਡੀ ਹੈ ਬਾਇਓ ਮਾਈਕਰੋ ਔਰਗੇਨਿਜ਼ਮ ਰਿਐਕਸ਼ਨਸ। ਤਾਂ ਦੇਖੋ ਜੋ BMR ਹੈ, ਇਸ ਦੀ ਫੁੱਲ ਫੋਰਮ ਕੀ ਹੁੰਦੀ ਹੈ, ਬੈਸਲ ਮੈਟਾਬੋਲਿਕ ਰੇਟ। ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ, ਆਪਸ਼ਨ ਏ ਆ ਗਿਆ। ਦੇਖੋ ਜੋ ਬੈਸਲ ਮੈਟਾਬੋਲਿਕ ਰੇਟ ਹੈ, ਇਹਦਾ ਮਤਲਬ ਕੀ ਹੈ, ਅਮਾਊਂਟ ਆਫ ਐਨਰਜੀ। ਇਸ ਦਾ ਮਤਲਬ ਕੀ ਹੈ, ਕਿੰਨੀ ਅਮਾਊਂਟ ਆਫ ਐਨਰਜੀ ਜੋ ਕਿ ਹੋਵੇ ਕੈਲਰੀਜ਼ ਦੇ ਵਿੱਚ ਹੁੰਦੀ ਹੈ, ਇਨ ਕੈਲਰੀਜ਼ ਪ੍ਰੈਜ਼ੈਂਟ ਹੈ, ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਬੈਸਲ ਮੈਟਾਬੋਲਿਕ ਰੇਟ ਕਹਿ ਦਿੰਦੇ ਹਾਂ। ਕਲੀਅਰ ਹੋਇਆ ਵੀ ਕਿੰਨੀ ਐਨਰਜੀ ਆਪਣੇ ਕੋਲ ਹੈਗੀ ਹੈ ਉਸ ਨੂੰ। ਨੈਕਸਟ ਜੋ ਸੈਵਨਥ ਕੁਐਸਚਨ ਹੈ ਕਿ ਬੈਰੀ ਇਜ਼ ਕੋਜ਼ਡ ਡਿਊ ਟੂ ਡੈਫੀਸ਼ੀਐਂਸੀ ਆਫ। ਜੋ ਬੈਰੀ ਡਿਸੀਜ਼ ਹੈ, ਇਹ ਕਿਸ ਦੀ ਕਮੀ ਦੇ ਨਾਲ ਹੁੰਦੀ ਹੈ। ਦੇਖੋ ਬੈਰੀ ਅਗਰ ਮੈਂ ਗੱਲ ਕਰਾਂ, ਇਹ ਆਪਣੇ ਕੋਲ ਜੋ ਵਿਟਾਮਿਨ ਦਿੱਤੇ ਹੋਏ ਹੈ, ਇਹਨਾਂ ਦੇ ਵਿੱਚ ਅਗਰ ਆਪਣੇ ਗੱਲ ਕਰੀਏ, ਵਿਟਾਮਿਨ ਬੀ ਦੀ ਕਮੀ ਨਾਲ ਹੁੰਦਾ ਜੋ ਬੀ ਅਤੇ ਵਿਟਾਮਿਨ ਬੀ ਤੇ ਹੀ ਬੈਰੀ ਇਹ ਟ੍ਰਿਕ ਹੁੰਦੀ ਹੈ। ਬਟ ਆਪਸ਼ਨ ਬਣਾਉਣ ਵਾਲੇ ਨੇ ਇੱਕ B1 ਦੇ ਤਾਂ ਇੱਕ B12 ਦੇਤਾ, ਮਤਲਬ B12 ਦੇਤਾ। ਤਾਂ A ਆਪਸ਼ਨ ਅਤੇ D ਆਪਸ਼ਨ ਤਾਂ ਕੈਂਸਲ ਹੋ ਗਈ। ਹੁਣ ਇਹਨਾਂ ਦੋ ਆਪਸ਼ਨ ਕਨਫਿਊਜ਼ਿੰਗ ਨੇ, ਬਟ ਯਾਦ ਰੱਖਿਓ ਬੈਰੀ ਜੋ ਡਿਸੀਜ਼ ਹੈ ਵਿਟਾਮਿਨ B1 ਨਾਲ, ਇਸ ਦੀ ਕਮੀ ਦੇ ਨਾਲ ਹੁੰਦੀ ਹੈ। ਜਾਂ ਅਗਰ ਆਪਾਂ ਗੱਲ ਕਰੀਏ ਆਪਣੀ ਬੋਡੀ ਦੇ ਵਿੱਚੋਂ ਜਦੋਂ ਥਾਇਆਮੀਨ ਦੀ ਕਮੀ ਹੋ ਜੇ ਤਾਂ ਆਪਣੇ ਕੋਲ ਕਿਹੜੀ ਡਿਸੀਜ਼ਿਸ ਹੋ ਜਾਂਦੀ ਹੈ, ਬੇਰੀ ਡਿਸੀਜ਼ਿਸ ਹੋ ਜਾਂਦੀ ਹੈ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਜੂ, ਆਪਸ਼ਨ ਸੀ ਆ ਜੂਗਾ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ 8th ਕੁਐਸਚਨ ਦੀ। ਹਾਂਜੀ, 8th ਕੁਐਸਚਨ ਦੇਖੋ, ਵਟ ਇਜ਼ ਮੈਲਨਿਊਟ੍ਰੀਸ਼ਨ ਕੀ ਹੁੰਦਾ। ਆਪਸ਼ਨਸ ਦਿੱਤੇ ਹੋਏ ਆ। ਮੈਲਨਿਊਟ੍ਰੀਸ਼ਨ ਦਾ ਮਤਲਬ ਕੀ ਹੈ, ਜਦੋਂ ਆਪਣੇ ਖਾਣੇ ਦੇ ਵਿੱਚ ਕਮੀ ਆ ਜੇ, ਆਪਣੀ ਨਿਊਟ੍ਰੀਏਸ਼ਨ ਦੇ ਵਿੱਚ ਕੀ ਆ ਜੇ, ਕਮੀ ਆ ਜੇ, ਉਸਨੂੰ ਕੀ ਬੋਲਦੇ ਆ, ਮੈਲਨਿਊਟ੍ਰੀਸ਼ਨਸ। ਆਪਸ਼ਨਸ ਦੇਖ ਲੈਂਦੇ ਹਾਂ। ਦੇਖੋ ਓਬੈਸਿਟੀ ਮੋਟਾਪਾ ਹੁੰਦਾ, ਓਬੈਸਿਟੀ ਦਾ ਮਤਲਬ ਮੋਟਾਪਾ ਹੁੰਦਾ, ਜੇ ਕਿਸੇ ਨੂੰ ਨਹੀਂ ਪਤਾ। ਡਿਸੀਜ਼ਿਸ ਦਾ ਮਤਲਬ ਹੁੰਦਾ ਬਿਮਾਰੀਆਂ, ਤਾਂ ਇਹ ਵੀ ਨਹੀਂ ਆਊਗਾ। ਨੈਕਸਟ ਕੀ ਹੈ, ਡੈਫੀਸ਼ੀਐਂਸੀ ਆਫ ਮਿਨਰਲ ਐਂਡ ਵਿਟਾਮਿਨ ਅਤੇ ਮਿਨਰਲ ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ, ਤਾਂ ਇਹ ਵੀ ਗਲਤ ਹੈ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ, ਆਪਸ਼ਨ ਏ ਐਡਿਕੁਏਟ ਇਨਟੇਕ ਆਫ ਫੂਡ। ਜਦੋਂ ਆਪਾਂ ਘੱਟ ਅਮਾਊਂਟ ਦੇ ਵਿੱਚ ਖਾਣਾ ਲੈਂਦੇ ਹਾਂ, ਜਿਹਦੇ ਨਾਲ ਬੈਲੈਂਸ ਡਾਈਟ ਦੀ ਕੀ ਹੋ ਜਾਂਦੀ ਹੈ, ਕਮੀ ਹੋ ਜਾਂਦੀ ਹੈ, ਉਸਨੂੰ ਆਪਾਂ ਕੀ ਬੋਲ ਦਿੰਦੇ ਹਾਂ, ਮੈਲਨਿਊਟ੍ਰੀਸ਼ਨ ਬੋਲ ਦਿੰਦੇ ਹਾਂ। ਮਤਲਬ ਬੋਡੀ ਕਮਜ਼ੋਰ ਹੋ ਜਾਂਦੀ ਹੈ, ਕੰਮ ਕਰਨ ਲਈ ਇਹਦੇ ਕੋਲ ਪ੍ਰੋਪਰ ਐਨਰਜੀ ਨਹੀਂ ਹੁੰਦੀ। ਕਲੀਅਰ ਹੈ ਜੀ। ਨੈਕਸਟ 9th ਕੁਐਸਚਨ ਦੇਖੋ। 9th ਕੀ ਹੈ, ਡਿਸੀਜ਼ਿਸ ਕੋਜ਼ਡ ਬਾਈ ਬੈਕਟੀਰੀਆ ਇਜ਼। ਕਹਿੰਦੇ ਕਿਹੜੀਆਂ ਡਿਸੀਜ਼ਿਸ ਨੇ ਜੋ ਬੈਕਟੀਰੀਆ ਦੀ ਵਜ੍ਹਾ ਨਾਲ ਹੁੰਦੀਆਂ ਨੇ। ਆਪਸ਼ਨ ਦੇਖੋ, ਫਸਟ ਆਪਸ਼ਨ ਹੈ TB ਐਂਡ ਟਾਈਫਾਇਡ। ਆਪਸ਼ਨ ਬੀ ਹੈ ਪਲੇਗ। ਆਪਸ਼ਨ ਸੀ ਹੈ ਚਿਕਨ ਪੋਕਸ। ਆਪਸ਼ਨ ਡੀ ਹੈ ਫੀਵਰ। ਤਾਂ ਆਪਾਂ ਨੇ ਦੱਸਣਾ ਜੋ ਬੈਕਟੀਰੀਅਲ ਇਨਫੈਕਸ਼ਨ ਨਾਲ ਡਿਸੀਜ਼ਿਸ ਹੁੰਦੀ ਹੈ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ, ਆਪਸ਼ਨ ਏ TB ਐਂਡ ਟਾਈਫਾਇਡ। ਦੇਖੋ ਟਿਊਬਰਕਲੋਸਿਸ ਹੋ ਜਾਂਦੀ ਹੈ, ਟਾਈਫਾਇਡ ਹੋ ਜਾਂਦੀ ਹੈ, ਇਸ ਤੋਂ ਇਲਾਵਾ ਕੋਲਰਾ ਹੋ ਜਾਂਦੀ ਹੈ।
मैंने ना ਇਹਦੀ ਟ੍ਰਿਕ ਕਰਵਾਈ ਹੋਈ ਹੈ ਸ਼ਾਰਟਸ ਦੇ ਵਿੱਚ, ਅਗਰ ਤੁਸੀਂ ਨਹੀਂ ਕੀਤੀ। ਨਿਮੋਨੀਆ ਹੋ ਜਾਂਦਾ ਆਪਾਂ ਨੂੰ ਜਦੋਂ ਫੀਵਰ ਚੜ ਜਾਂਦਾ ਹੈ, ਤਾਂ ਇਹ ਸਾਰੀ ਬੈਕਟੀਰੀਅਲ ਇਨਫੈਕਸ਼ਨਸ ਨੇ ਜੋ ਬੈਕਟੀਰੀਆ ਦੀ ਵਜ੍ਹਾ ਨਾਲ ਹੁੰਦੀ ਹੈ। ਐਂਥ੍ਰੈਕਸ ਹੋ ਜਾਂਦੀ ਹੈ, ਕਲੀਅਰ। ਟੈਟਨਸ, ਇਹ ਸਭ ਕੀ ਨੇ, ਜੋ ਬੈਕਟੀਰੀਅਲ ਡਿਸੀਜ਼ਿਸ ਨੇ, ਜੋ ਬੈਕਟੀਰੀਆ ਦੀ ਵਜ੍ਹਾ ਨਾਲ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਬੈਕਟੀਰੀਅਲ ਡਿਸੀਜ਼ਿਸ ਕਹਿ ਦਿੰਦੇ ਹਾਂ। ਇਹ ਤੁਸੀਂ ਕੀ ਕਰਨਾ, ਧਿਆਨ ਦੇ ਵਿੱਚ ਰੱਖਣਾ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਕੁਐਸਚਨ ਦੀ, 10th ਕੁਐਸਚਨ ਦੀ। 10th ਕੀ ਆਪਣੇ ਕੋਲ DPT ਸਟੈਂਡਸ ਫੋਰ, ਕਹਿੰਦੇ DPT ਦੀ ਕੀ ਫੁੱਲ ਫਾਰਮ ਹੁੰਦੀ ਹੈ। ਦੇਖੋ ਇਹ ਕੀ ਨੇ, ਇੰਜੈਕਸ਼ਨਸ ਦੇ ਨੇਮ ਹੈ। ਤਾਂ ਡਾਇਬਟੀਜ਼ ਪ੍ਰੋਟੈਕਟਿਵ ਸਿਸਟਮ ਵੀ ਨਹੀਂ ਹੁੰਦਾ, ਡਾਈਫੈਟੈਰੀਆ ਪ੍ਰੀਕੋਸ਼ਨ ਟ੍ਰੀਟਮੈਂਟ ਵੀ ਨਹੀਂ ਹੁੰਦਾ, ਡਿਸੀਜ਼ਿਜ਼ ਪ੍ਰੋਟੈਕਟਿਵ ਸਿਸਟਮ ਵੀ ਨਹੀਂ ਹੁੰਦਾ। ਇਹ ਹੁੰਦਾ ਡਾਈਫੈਟੇਰੀਆ, ਪ੍ਰੈਟਿਊਸਿਸ ਐਂਡ ਟੈਟਨਸ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਜਾਊਗਾ, ਆਪਸ਼ਨ ਏ ਆ ਜਾਊਗਾ। ਕਲੀਅਰ, ਉਮੀਦ ਹੈ ਤੁਹਾਨੂੰ 10 ਦੇ 10 ਕੁਐਸਚਨਸ ਕਲੀਅਰ ਹੋ ਚੁੱਕੇ ਹੈ। ਪਲੀਜ਼ ਇੱਦਾਂ ਕਰਿਆ ਕਰੋ, ਪਹਿਲਾਂ ਤੁਸੀਂ ਕੁਐਸਚਨ ਖੁਦ ਸੋਲਵ ਕਰਿਆ ਕਰੋ ਵੀਡੀਓ ਨੂੰ ਪੌਜ਼ ਕਰਕੇ, ਦੈਨ ਉਸ ਤੋਂ ਬਾਅਦ ਆਨਸਰ ਰਾਈਟ ਆਨਸਰ ਚੈੱਕ ਕਰ ਲਿਆ ਕਰੋ। ਇਸ ਤਰੀਕੇ ਨਾਲ ਤੁਹਾਨੂੰ ਤੁਹਾਡੀ ਤਿਆਰੀ ਵੀ ਪਤਾ ਚੱਲ ਜੂਗੀ, ਠੀਕ ਹੈ। ਹਾਂਜੀ, ਨੈਕਸਟ ਆਪਾਂ ਗੱਲ ਕਰਦੇ ਹਾਂ 11th ਕੁਐਸਚਨ ਦੀ। ਦੇਖੋ 11th ਕੁਐਸਚਨ ਕੀ ਕਿਹਾ ਹੋਇਆ, ਵਿਚ ਸੋਲਿਊਸ਼ਨ ਇਜ਼ ਯੂਜ਼ਡ ਟੂ ਟੈਸਟ ਦਾ ਪ੍ਰੈਜ਼ੈਂਸ ਆਫ ਸ਼ੂਗਰ ਇਨ ਫੂਡ। ਕਹਿੰਦੇ ਆਪਾਂ ਕਿਹਦੀ ਪ੍ਰੈਜ਼ੈਂਸ ਦੇ ਵਿੱਚ ਕੀ ਹੈ, ਸ਼ੂਗਰ ਦਾ ਮਤਲਬ ਟੈਸਟ ਕਰ ਸਕਦੇ ਹਾਂ ਕਿ ਆਪਣੇ ਫੂਡ ਦੇ ਵਿੱਚ ਸ਼ੂਗਰ ਪ੍ਰੈਜ਼ੈਂਟ ਹੈ ਜਾਂ ਨਹੀਂ ਹੈ। ਕਲੀਅਰ ਹੈ, ਹਾਂਜੀ। ਤਾਂ ਆਪਾਂ ਕੀ ਕਰਦੇ ਹਾਂ, ਆਪਸ਼ਨਸ ਦੇਖ ਲੈਂਦੇ ਹਾਂ। ਆਇਓਡੀਨ ਸੋਲਿਊਸ਼ਨ, ਆਪਸ਼ਨ ਏ। ਆਪਸ਼ਨ ਬੀ ਹੈ ਬੈਨੇਡਿਕਟ ਸੋਲਿਊਸ਼ਨ, ਆਪਸ਼ਨ ਸੀ ਹੈ ਨਾਈਟ੍ਰਿਕ ਐਸਿਡ, ਆਪਸ਼ਨ ਡੀ ਹੈ ਨਨ ਆਫ ਦੀਜ਼। ਦੇਖੋ ਜੋ ਸ਼ੂਗਰ ਟੈਸਟ ਹੁੰਦਾ ਇਹ ਬੈਨੇਡਿਕ ਸੋਲਿਊਸ਼ਨ ਦੇ ਨਾਲ ਹੁੰਦਾ, ਮਤਲਬ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ, ਆਪਸ਼ਨ ਬੀ। ਦੇਖੋ ਜੋ ਬੈਨੇਡਿਕ ਸੋਲਿਊਸ਼ਨ ਹੁੰਦਾ, ਬੈਨੇਡਿਕਟ ਮੈਂ ਲਿਖ ਦਿੰਦੀ ਹਾਂ ਇੱਥੇ, ਇਹ ਜੋ ਸੋਲਿਊਸ਼ਨ ਹੁੰਦਾ ਇਹ ਕੀ ਕਰਦਾ, ਟੈਸਟ ਕਰਦਾ ਕਿਸ ਦਾ, ਸਿੰਪਲ ਸ਼ੂਗਰਸ ਨੂੰ। ਜੋ ਸਿੰਪਲ ਸ਼ੂਗਰ ਹੁੰਦੀ ਹੈ ਉਸਨੂੰ ਕੀ ਹੈ, ਟੈਸਟ ਕਰਦਾ ਇਹ। ਜਿਵੇਂ ਕੀ ਹੋ ਗਿਆ ਸਿੰਪਲ ਸ਼ੂਗਰ, ਯਾਨੀ ਕਿ ਗਲੂਕੋਜ਼, ਜਿਵੇਂ ਗਲੂਕੋਜ਼ ਹੁੰਦਾ ਉਹ ਵੀ ਕੀ ਆਪਣੇ ਕੋਲ ਸਿੰਪਲ ਸ਼ੂਗਰ ਹੈ। ਇਹ ਕੀ ਕਰਦਾ ਹੈ, ਬਲੂ ਸੋਲਿਊਸ਼ਨ ਹੁੰਦਾ ਆਫ ਸੋਡੀਅਮ ਐਂਡ ਕੋਪਰ ਦਾ। ਇਹਦੀ ਪ੍ਰੈਜ਼ੈਂਸ ਦੇ ਵਿੱਚ ਜਿਹੜਾ ਬਲੂ ਸੋਲਿਊਸ਼ਨ ਹੁੰਦਾ, ਜੋ ਆਪਣੇ ਕੋਲ ਕੀ ਹੈ, ਇਹ ਇੱਕ ਬਲੂ ਸੋਲਿਊਸ਼ਨ ਹੁੰਦਾ ਜੋ ਬੈਨੇਡਿਕਟ ਹੈ। ਇਹ ਜੋ ਬਲੂ ਸੋਲਿਊਸ਼ਨ ਹੈ ਸ਼ੂਗਰ ਨੂੰ ਚੈੱਕ ਕਰਨ ਦੇ ਲਈ ਆਪਣਾ ਕਲਰ ਚੇਂਜ ਕਰ ਲੈਂਦਾ। ਇਹ ਗ੍ਰੀਨ, ਯੈਲੋ ਐਂਡ ਜਾਂ ਫਿਰ ਆਪਾਂ ਕੀ ਕਹਿ ਸਕਦੇ, ਬ੍ਰਿਕ ਰੈੱਡ ਕਲਰ ਕੀ ਕਰ ਦਿੰਦਾ, ਸ਼ੋ ਕਰਦਾ। ਬਸ ਇਹ ਜੋ 3 ਕਲਰ ਨੇ ਇਹ ਕਿਸ 'ਤੇ ਡਿਪੈਂਡ ਕਰਦੇ ਨੇ ਕਿ ਸ਼ੂਗਰ ਦੀ ਅਮਾਊਂਟ ਕਿੰਨੀ ਹੈ, ਕਿੰਨੀ ਆਪਣੇ ਕੋਲ ਕੀ ਹੈ ਸ਼ੂਗਰ ਦੀ ਅਮਾਊਂਟ ਹੈ, ਉਸ ਨੂੰ ਕੀ ਹੈ ਇਹ ਟੈਸਟ ਕਰਨ ਦੇ ਵਿੱਚ ਕੀ ਕਰਦੇ ਨੇ, ਹੈਲਪ ਕਰਦੇ ਨੇ। ਕਲੀਅਰ, ਤਾਂ ਆਪਾਂ ਕੀ ਕਵਾਂਗੇ, ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਣੇ ਕੋਲ, ਬੈਨੇਡਿਕਟ ਸੋਲਿਊਸ਼ਨ ਆ ਗਿਆ, ਜੋ ਆਪਣੇ ਕੋਲ ਸਿੰਪਲ ਸ਼ੂਗਰ ਗਲੂਕੋਜ਼ ਵਗੈਰਾ ਨੂੰ ਟੈਸਟ ਕਰਨ ਦੇ ਵਿੱਚ ਕੀ ਕਰਦਾ, ਹੈਲਪ ਕਰਦਾ। ਨੈਕਸਟ ਆਪਾਂ ਗੱਲ ਕਰਾਂਗੇ 12th ਕੁਐਸਚਨ ਦੀ। ਹਾਂਜੀ 12th ਕੁਐਸਚਨ, ਵਿਚ ਸੋਲਿਊਸ਼ਨ ਇਜ਼ ਯੂਜ਼ਡ ਟੂ ਟੈਸਟ ਦਾ ਪ੍ਰੈਜ਼ੈਂਸ ਆਫ ਪ੍ਰੋਟੀਨਸ ਇਨ ਦਾ ਫੂਡ। ਕਹਿੰਦੇ ਕਿਹੜਾ ਸੋਲਿਊਸ਼ਨ ਹੈ ਜਿਸ ਦੇ ਨਾਲ ਆਪਾਂ ਪ੍ਰੋਟੀਨਸ ਨੂੰ ਟੈਸਟ ਕਰ ਸਕਦੇ ਹਾਂ ਕਿ ਇਹਦੇ ਵਿੱਚ ਕਿ ਫੂਡ ਦੇ ਵਿੱਚ ਕਿੰਨਾ ਪ੍ਰੋਟੀਨ ਪ੍ਰੈਜ਼ੈਂਟ ਹੈ। ਪਹਿਲਾਂ ਇਹਨੂੰ ਇਰੇਜ਼ ਕਰ ਲਈਏ ਆਪਾਂ ਥੋੜ੍ਹਾ ਜਿਹਾ। ਹਾਂਜੀ ਹਾਂਜੀ ਵੇਟ, ਹਾਂਜੀ ਦੇਖੋ ਜੋ ਆਪਸ਼ਨਸ ਦੇਖੀਏ ਅਗਰ ਆਪਾਂ ਤਾਂ ਕੀ ਦਿੱਤਾ ਹੋਇਆ, ਨਾਈਟ੍ਰਿਕ ਐਸਿਡ, ਸਲਫਿਊਰਿਕ ਐਸਿਡ, ਆਇਓਡੀਨ ਸੋਲਿਊਸ਼ਨ ਜਾਂ ਬੈਨੇਡਿਕਟ ਸੋਲਿਊਸ਼ਨ। ਤਾਂ ਬੈਨੇਡਿਕਟ ਤਾਂ ਆਪਾਂ ਨੂੰ ਪਤਾ ਲੱਗ ਗਿਆ ਸ਼ੂਗਰ ਲਈ ਹੁੰਦਾ, ਤਾਂ ਇਹ ਤਾਂ ਆਪਸ਼ਨ ਕੈਂਸਲ ਹੋ ਗਈ। ਤਾਂ ਇਸ ਕੁਐਸਚਨ ਦੀ ਅਗਰ ਮੈਂ ਗੱਲ ਕਰਾਂ, ਜੋ ਪ੍ਰੋਟੀਨਸ ਹੈ ਇਹਨਾਂ ਨੂੰ ਟੈਸਟ ਕੀਤਾ ਜਾਂਦਾ ਨਾਈਟ੍ਰਿਕ ਐਸਿਡ ਦੇ ਨਾਲ, ਨਾਈਟ੍ਰਿਕ ਐਸਿਡ ਦੇ ਨਾਲ। ਦੇਖੋ ਜੋ ਨਾਈਟ੍ਰਿਕ ਐਸਿਡ ਹੈ ਇਹਦਾ ਜਦੋਂ ਟਰੀਟਮੈਂਟ ਕਰਵਾਇਆ ਜਾਂਦਾ, ਮਤਲਬ ਪ੍ਰੋਟੀਨ ਦੇ ਨਾਲ ਇਹਦੀ ਰਿਐਕਸ਼ਨ ਕਰਵਾਈ ਜਾਂਦੀ ਹੈ, ਤਾਂ ਇਹ ਕੀ ਕਰਦਾ ਕਿ ਕਲਰ ਚੇਂਜ ਕਰ ਲੈਂਦਾ। ਇਹ ਕੀ ਦਿੰਦਾ ਆਪਾਂ ਨੂੰ, ਯੈਲੋ ਕਲਰ ਦਿੰਦਾ। ਕਿਹੜਾ ਕਲਰ ਦਿੰਦਾ, ਯੈਲੋ ਕਲਰ ਜਾਂ ਔਰੇਂਜ ਕਲਰ ਦਿੰਦਾ। ਕਲੀਅਰ, ਇਹ 2 ਤਰ੍ਹਾਂ ਦੇ ਕੀ ਦਿੰਦਾ, ਕਲਰ ਦਿੰਦਾ। ਠੀਕ ਹੈ ਜੀ, ਤਾਂ ਇਸ ਲਈ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਜਾਊਗਾ ਆਪਣੇ ਕੋਲ, ਆਪਸ਼ਨ ਏ। ਜੋ ਨਾਈਟ੍ਰਿਕ ਐਸਿਡ ਹੈ ਇਹ ਕੀ ਟੈਸਟ ਕਰਦਾ ਕਿ ਇਹਦੇ ਵਿੱਚ ਕੀ ਹੈ, ਪ੍ਰੋਟੀਨ ਪ੍ਰੈਜ਼ੈਂਟ ਹੈ ਜਾਂ ਨਹੀਂ ਹੈ। ਕਲੀਅਰ, ਨੈਕਸਟ ਆਪਾਂ ਗੱਲ ਕਰਾਂਗੇ 13 ਕੁਐਸਚਨ ਦੀ।
13 क्वेश्चन देखो, द डिसीजेज ਕੋਜ਼ਡ ਡਿਊ ਟੂ ਡੈਫੀਸ਼ੀਐਂਸੀ ਆਫ ਆਇਰਨ। ਇੱਦਾਂ ਦੀਆਂ ਡਿਸੀਜ਼ਸ ਦੱਸਣੀਆਂ ਨੇ ਜੋ ਕੀ ਹੈ ਆਇਰਨ ਦੀ ਕਮੀ ਦੇ ਨਾਲ ਹੁੰਦੀਆਂ ਨੇ। ਠੀਕ ਹੈ ਜੀ, ਆਪਸ਼ਨਸ ਦੇਖ ਲਓ। ਆਪਸ਼ਨ ਏ ਹੈ ਸਕਰਵੀ, ਆਪਸ਼ਨ ਬੀ ਹੈ ਨਾਈਟ ਬਲਾਈਂਡਨੈਸ, ਆਪਸ਼ਨ ਸੀ ਹੈ ਅਨੀਮੀਆ, ਆਪਸ਼ਨ ਡੀ ਹੈ ਬੈਰੀਬੈਰੀ। ਦੇਖੋ ਬੈਰੀਬੈਰੀ ਤਾਂ ਹੁਣੇ ਗੱਲ ਕੀਤੀ ਹੈ ਕਿਹਦੀ ਕਮੀ ਨਾਲ ਹੁੰਦੀ ਹੈ, ਆਪਸ਼ਨ ਸੌਰੀ ਵਿਟਾਮਿਨ ਬੀ ਦੀ ਕਮੀ ਨਾਲ ਹੁੰਦੀ ਹੈ। ਠੀਕ ਹੈ ਜੀ, ਨਾਈਟ ਬਲਾਈਂਡਨੈਸ ਵਿਟਾਮਿਨ ਏ ਦੀ ਕਮੀ ਨਾਲ ਹੁੰਦੀ ਹੈ, ਕੱਟ ਹੋ ਗਿਆ। ਸਕਰਵੀ ਵੀ ਨਹੀਂ, ਤਾਂ ਇਹ ਕਿਸ ਦੀ ਕਮੀ ਨਾਲ ਹੁੰਦੀ ਹੈ, ਆਇਰਨ ਦੀ ਕਮੀ ਨਾਲ ਕਿਹੜੀ ਡਿਸੀਜ਼ਸ ਹੁੰਦੀ ਹੈ ਆਪਣੇ ਕੋਲ, ਅਨੀਮੀਆ। ਅਨੀਮੀਆ ਮਤਲਬ ਖੂਨ ਦੀ ਕਮੀ ਹੋ ਜਾਣਾ, ਸਕਿਨ ਦਾ ਜਾਂ ਬੋਡੀ ਦਾ ਯੈਲੋ ਪੈ ਜਾਣਾ, ਉਹ ਸਾਰਾ ਕਿਸ ਦੇ ਵਿੱਚ ਆ ਜਾਂਦਾ, ਆਇਰਨ ਦੀ ਕਮੀ ਨਾਲ ਹੋ ਜਾਂਦਾ। ਠੀਕ ਹੈ ਜੀ, ਨੈਕਸਟ ਆਪਾਂ ਗੱਲ ਕਰਾਂਗੇ 14th ਕੁਐਸਚਨ ਦੀ। ਹਾਂਜੀ 14 ਕੁਐਸਚਨ ਕੀ ਹੈ, ਨੇਮ ਦਾ ਡਿਸਆਰਡਰ ਡਿਸੀਜ਼ਸ ਕੋਜ਼ਡ ਡਿਊ ਟੂ ਡੈਫੀਸ਼ੀਐਂਸੀ ਆਫ ਵਿਟਾਮਿਨ ਡੀ। ਉਹ ਕਿਹੜੀ ਡਿਸੀਜ਼ਜ਼ ਹੈ ਜੋ ਵਿਟਾਮਿਨ ਡੀ ਦੀ ਕਮੀ ਨਾਲ ਹੁੰਦੀ ਹੈ। ਦੇਖੋ ਆਪਸ਼ਨਸ ਦੇਖਦੇ ਹਾਂ, ਸਭ ਤੋਂ ਪਹਿਲਾਂ ਰਿਕੇਟਸ ਹੈ ਆਪਣੇ ਕੋਲ ਐਂਡ ਓਸਟੋਮੈਲਿਕੀਆ, ਐਂਡ ਆਪਸ਼ਨ ਬੀ ਹੈ ਕਵੈਸ਼ੀਕੋਰ ਐਂਡ ਮੈਰਸਮਸ, ਆਪਸ਼ਨ ਸੀ ਹੈ ਅਨੀਮੀਆ ਐਂਡ ਬੈਰੀਬੈਰੀ, ਆਪਸ਼ਨ ਡੀ ਹੈ ਨਨ ਆਫ ਦੀਜ਼। ਅਗਰ ਆਪਾਂ ਗੱਲ ਕਰੀਏ ਇਹਨਾਂ ਦੇ ਵਿੱਚੋਂ ਦੇਖੋ ਆਪਣੇ ਕੋਲ ਕਿਹੜੀ ਆਪਸ਼ਨ ਕੱਟ ਹੋ ਗਈ, ਅਨੀਮੀਆ ਐਂਡ ਬੈਰੀਬੈਰੀ, ਨਨ ਆਫ ਦੀਜ਼ ਵੀ ਨਹੀਂ ਆਊਗਾ, ਤਾਂ ਦੋ ਆਪਸ਼ਨ ਰਹਿ ਗਈਆਂ, ਰਿਕੇਟਸ ਐਂਡ ਕਵੈਸ਼ੀਕੋਰ ਐਂਡ ਮੈਰਸਮਸ। ਦੇਖੋ ਵਿਟਾਮਿਨ ਡੀ ਦੀ ਕਮੀ ਨਾਲ ਕੀ ਹੁੰਦਾ ਹੈ, ਜੋ ਕੀ ਹੈ ਲੋਸ ਹੋ ਜਾਂਦਾ ਕਿਸ ਦੇ ਵਿੱਚ, ਜੋ ਆਪਣੀਆਂ ਬੋਨਸ ਦੀ ਡੈਂਸਿਟੀ ਹੈ, ਹੱਡੀਆਂ ਦੀ ਡੈਂਸਿਟੀ, ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਅਗਰ ਕਿਸੇ ਦੇ ਵਿੱਚ ਵੀ ਵਿਟਾਮਿਨ ਡੀ ਦੀ ਕੀ ਹੈ ਕਮੀ ਹੈ। ਠੀਕ ਹੈ, ਤਾਂ ਇਹਦੇ ਨਾਲ ਕੀ ਹੋ ਜਾਂਦਾ ਹੈ, ਜਾਂ ਤਾਂ ਅਗਰ ਆਪਾਂ ਗੱਲ ਕਰੀਏ ਰਿਕੇਟਸ ਨਾਮ ਦੀ ਬਿਮਾਰੀ ਹੋ ਜਾਂਦੀ ਹੈ। ਠੀਕ ਹੈ, ਇਹਦੇ ਨਾਲ ਕੀ ਹੈ ਜੋ ਆਪਣੀਆਂ ਬੋਨਸ ਨੇ ਜਾਂ ਹੱਡੀਆਂ ਨੇ ਉਹ ਬੈਂਡ ਹੋ ਜਾਂਦੀਆਂ ਨੇ, ਮੁੜ ਜਾਂਦੀਆਂ ਨੇ। ਕਲੀਅਰ, ਇਸ ਤੋਂ ਇਲਾਵਾ ਕੀ ਹੈ ਵਿਟਾਮਿਨ ਡੀ ਦੇ ਨਾਲ ਫ੍ਰੈਕਚਰ ਵਗੈਰਾ ਹੋ ਜਾਂਦੇ ਨੇ, ਫ੍ਰੈਕਚਰਸ ਵੀ ਹੋ ਜਾਂਦੇ ਨੇ ਵਿਟਾਮਿਨ ਡੀ ਦੀ ਕਮੀ ਨਾਲ। ਇਸ ਤੋਂ ਇਲਾਵਾ ਕੀ ਹੈ ਓਸਟੋਮੈਲਿਕਸ ਵੀ ਹੋ ਜਾਂਦਾ ਜਾਂ ਓਸਟੋਫੋਰੀਅਸ ਵੀ ਹੋ ਜਾਂਦਾ, ਮਤਲਬ ਹੱਡੀਆਂ ਦਾ ਮੁੜ ਜਾਣਾ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਣੇ ਕੋਲ, ਆਪਸ਼ਨ ਏ ਆ ਗਿਆ। ਕਲੀਅਰ, ਨੈਕਸਟ ਆਪਾਂ ਗੱਲ ਕਰਾਂਗੇ 15th ਕੁਐਸਚਨ ਦੀ। ਹਾਂਜੀ 15 ਕੁਐਸਚਨ ਕੀ ਹੈ ਆਪਣੇ ਕੋਲ, ਡੈਫੀਸ਼ੀਐਂਸੀ ਆਫ ਵਿਟਾਮਿਨ ਡੀ ਇਨ ਹਿਊਮਨ ਇਨਫੈਂਟਸ ਕੋਜ਼ਜ਼ ਕੀ ਕੋਜ਼ ਕਰਦੇ ਆ, ਹੁਣੇ ਪੜ੍ਹਿਆ ਰਿਕੇਟਸ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ, ਆਪਸ਼ਨ ਬੀ। ਕਿਸੇ ਵੀ ਤਰੀਕੇ ਨਾਲ ਤੁਹਾਨੂੰ ਕੁਐਸਚਨ ਬਣ ਕੇ ਆ ਸਕਦਾ। ਨੈਕਸਟ ਕੀ ਹੈ, ਨਾਈਟ ਬਲਾਈਂਡਨੈਸ ਕੈਨ ਅਕਰ ਡਿਊ ਟੂ ਡੈਫੀਸ਼ੀਐਂਸੀ ਆਫ। ਜੋ ਨਾਈਟ ਬਲਾਈਂਡਨੈਸ ਹੈ ਉਹ ਕਿਸ ਦੀ ਕਮੀ ਦੇ ਨਾਲ ਹੁੰਦੀ ਹੈ, ਇਹ ਵੀ ਤੁਹਾਨੂੰ ਮੈਂ ਉੱਪਰਲੇ ਕੁਐਸਚਨ ਦੇ ਵਿੱਚ ਡਿਸਕਸ ਕੀਤਾ ਸੀ। ਜੋ ਨਾਈਟ ਬਲਾਈਂਡਨੈਸ ਹੈ ਉਹ ਵਿਟਾਮਿਨ ਏ ਦੀ ਕਮੀ ਨਾਲ ਕੀ ਹੈ ਹੁੰਦੀ ਹੈ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਵੀ ਕੀ ਆਊਗਾ, ਵਿਟਾਮਿਨ ਏ। ਇਸ ਦੀ ਕਮੀ ਨਾਲ ਜਦੋਂ ਕੋਈ ਡਿਸੀਜ਼ ਆਪਾਂ ਨੂੰ ਕੀ ਹੈ, ਵਿਟਾਮਿਨ ਏ ਦੀ ਕਮੀ ਨਾਲ ਆਪਾਂ ਨੂੰ ਰਾਤੀ ਦਿਖਣਾ, ਕਿਸੇ ਵੀ ਪਰਸਨ ਨੂੰ ਰਾਤੀ ਦਿਖਣਾ ਬੰਦ ਹੋ ਜਾਂਦਾ ਹੈ। ਕਲੀਅਰ, ਨੈਕਸਟ ਆਪਾਂ ਗੱਲ ਕਰਾਂਗੇ ਆਪਣੇ 17 ਕੁਐਸਚਨ ਦੀ। ਹਾਂਜੀ 17 ਕੁਐਸਚਨ ਕੀ ਹੈ, ਇਨ ਆਰ ਐਚ ਵਿਟੇਕਰ ਕਲਾਸੀਫਿਕੇਸ਼ਨ ਸਿਸਟਮ ਵਿਚ ਇਜ਼ ਲਿੰਕਡ ਟੂ ਵਾਇਰਸ। ਕਿਸ ਦੀ ਕਲਾਸੀਫਿਕੇਸ਼ਨ ਕਰਵਾਈ ਸੀ, ਇੰਪੋਰਟੈਂਟ ਹੈ। ਕਿਉਂ ਇੰਪੋਰਟੈਂਟ ਹੈ, ਕਿਉਂਕਿ ਇਹ ਪੀਟੈਟ ਐਗਜ਼ਾਮ ਜੂਨ 2013 ਦੇ ਵਿੱਚ ਆਇਆ ਹੋਇਆ, ਤਾਂ ਤੁਹਾਨੂੰ ਵੀ ਆ ਸਕਦਾ, ਕੋਈ ਵੱਡੀ ਗੱਲ ਨਹੀਂ ਹੈ। ਦੇਖੋ ਨੈਕਸਟ ਦੋਨੋਂ ਕੁਐਸਚਨ ਪੀਟੈਟ 'ਚ ਆਏ ਹੋਏ ਆ ਤਾਂ ਦੋਨੋਂ ਇੰਪੋਰਟੈਂਟ ਬਣ ਜਾਂਦੇ ਆ। ਹਾਂਜੀ ਅਗਰ ਮੈਂ ਇਸ ਕੁਐਸਚਨ ਦੀ ਗੱਲ ਕਰਾਂ, ਹਾਂਜੀ ਦੇਖੋ ਜੋ ਆਰ ਐਚ ਵਿਟੇਕਰ ਸੀ ਇਹਨੇ ਨਾ ਕਲਾਸੀਫਿਕੇਸ਼ਨ ਕੀਤੀ ਸੀ, ਹਨ ਠੀਕ ਹੈ। ਇੱਕ ਸਾਇੰਟਿਸਟ ਹੋਏ ਨੇ ਜਿਹਨੇ 5 ਕਿੰਗਡਮ ਸਿਸਟਮ ਦਿੱਤਾ ਸੀ, ਕਲਾਸੀਫਿਕੇਸ਼ਨ ਕੀਤੀ ਸੀ। ਹਾਂਜੀ ਜੋ 5 ਕਿੰਗਡਮ ਸੀ ਨਾ, 5 ਕਿੰਗਡਮ ਜਿਨ੍ਹਾਂ ਦੀ ਕਲਾਸੀਫਿਕੇਸ਼ਨ ਹੋਈ ਸੀ ਉਸ ਦੇ ਵਿੱਚ ਵਾਇਰਸ ਇਨਕਲੂਡ ਹੀ ਨਹੀਂ ਸੀ। ਕੁਐਸਚਨ ਧਿਆਨ ਨਾਲ ਪੜ੍ਹਿਓ, ਇੱਥੇ ਵਾਇਰਸ ਦੀ ਗੱਲ ਕੀਤੀ ਹੋਈ ਹੈ, ਤਾਂ ਵਾਇਰਸ ਇਨਕਲੂਡ ਨਹੀਂ ਸੀ ਉਸ ਸਿਸਟਮ ਦੇ ਵਿੱਚ। ਕਲੀਅਰ, ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ, ਆਪਸ਼ਨ ਡੀ। ਇਹ 5 ਕਿੰਗਡਮ ਦੇ ਵਿੱਚ ਕੀ ਕੀ ਇਨਕਲੂਡ ਸੀ, ਕੁਛ ਵੀ ਪੁੱਛ ਸਕਦਾ ਤੁਹਾਨੂੰ, ਮੋਨਰਾ ਵੀ ਬੋਲ ਦਿੰਦੇ ਆ। ਠੀਕ ਹੈ, ਸੈਕਿੰਡ ਦੀ ਗੱਲ ਕਰੀਏ ਪ੍ਰੋਟਿਸਟਾ, ਥਰਡ ਵਨ ਇਜ਼ ਫੰਗੀ, ਫੋਰਥ ਵਨ ਕੀ ਹੈ ਆਪਣੇ ਕੋਲ ਪਲਾਂਟੀ, ਐਂਡ ਫਿਫਥ ਕੀ ਹੈ ਆਪਣੇ ਕੋਲ ਐਨੀਮੀਲੀਆ। ਠੀਕ ਹੈ ਜੀ, ਤਾਂ ਇਹਨਾਂ ਦੇ ਵਿੱਚੋਂ ਗੱਲ ਕਰੀਏ ਵਾਇਰਸ ਇਨਕਲੂਡ ਨਹੀਂ ਸੀਗਾ, ਇਹ 5 ਟਰਮ ਸੀ, 5 ਕਿੰਗਡਮ ਸੀ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਣੇ ਕੋਲ, ਆਪਸ਼ਨ ਡੀ। ਨੈਕਸਟ ਗੱਲ ਕਰਾਂਗੇ 18th ਦੀ, ਦ ਐਕਸੈਸ ਯੂਜ਼ ਆਫ ਐਂਟੀਬਾਇਓਟਿਕ ਇਜ਼
डिसऑर्डर्ड बिकॉज ਕਹਿੰਦੇ ਜੋ ਐਕਸੈਸ 'ਚ ਅਗਰ ਆਪਾਂ ਐਂਟੀਬਾਇਓਟਿਕ ਯੂਜ਼ ਕਰਦੇ ਹਾਂ ਤਾਂ ਉਹ ਕੀ ਕਰਦਾ ਆਪਸ਼ਨਸ ਦੇਖ ਲੈਂਦੇ ਹਾਂ ਬਰਥ ਦਿੰਦਾ ਟੂ ਅਦਰ ਡਿਸੀਜ਼ਜ਼ ਨਹੀਂ ਐਕਸੈਸ ਆਫ ਯੂਜ਼ ਮੇ ਸਲੋ ਡਾਊਨ ਦਾ ਬੋਡੀ ਸਿਸਟਮ ਨਹੀਂ ਦ ਪਾਵਰ ਆਫ ਮਾਈਕਰੋ ਆਰਗੈਨਿਜ਼ਮ ਇਨਕਰੀਜ਼ ਹੋ ਜਾਂਦੀ ਹੈ ਫॉर ਵਿਚ ਐਂਟੀਬਾਇਓਟਿਕ ਇਜ਼ ਟੇਕਨ ਤਾਂ ਉਹਨਾਂ ਦੀ ਪਾਵਰ ਕੀ ਹੋ ਜਾਂਦੀ ਹੈ ਇਨਕਰੀਜ਼ ਹੋ ਜਾਂਦੀ ਹੈ ਜਿਹਦੇ ਲਈ ਆਪਾਂ ਨੇ ਐਂਟੀਬਾਇਓਟਿਕ ਖਾਏ ਨੇ ਠੀਕ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਸ਼ਨ सी हो गया क्लियर मेंटल वैल्यू दीज हैव मेंटल वैल्यू बट गिव नो मेडिकल वैल्यू ये गलत है कोई सेंस ही नहीं बनी ठीक है नैक्सट आप गल करांगे 19th क्वेश्चन की हाँ जी 19th क्वेश्चन देखो की कहते हैं शुगर सिरप इज़ यूज्ड फॉर द प्रिजर्वेशन ऑफ फ्रूट्स बिकॉज कहते शुगर सिरप ਨੂੰ ਆਪਾਂ यूज़ करते हैं फूड ਨੂੰ प्रिजर्व ਕਰਨ ਦੇ ਲਈ क्योंकि क्यों बिकॉज इट ਇਹ ਕੀ ਕਰਦੇ ਆ किल कर देंगे ने माइक्रो ऑर्गेनिजम्स ਨੂੰ ठीक है जी जो उन्होंने विच प्रेजेंट है गलत हैल्प्स टू इंप्रूव देयर टेस्ट एंड फ्लेवर नो उन्होंने टेस्ट फ्लेवर ना कोई लिंक नहीं है ड्रेन मॉइस्चर टू इनहैबिट ग्रोथ ऑफ माइक्रो ऑर्गेनिजम बिल्कुल सही ਤਾਂ ਦੇਖੋ ਇਹ ਕੀ ਕਰਦੇ ਨੇ ਜੋ ਉਹਨਾਂ ਦੇ ਵਿੱਚ ਨਮੀ ਪ੍ਰੈਜ਼ੈਂਟ ਹੈ ਉਸ ਨੂੰ ਸੁਖਾਉਣ ਦੇ ਵਿੱਚ ਹੈਲਪ ਕਰਦੇ ਨੇ ਐਂਡ ਕੀ ਕਰਦੇ ਨੇ ਉਹਨਾਂ ਦੀ ਜੋ ਮਾਈਕਰੋ ਆਰਗੈਨਿਜ਼ਮਸ ਦੀ ਗਰੋਥ ਹੈ ਉਹਨੂੰ ਵਧਣ ਤੋਂ ਰੋਕਦੇ ਨੇ ਜਿਵੇਂ ਕਿ ਇਸ ਚੀਜ਼ ਦੇ ਵਿੱਚ ਜੈਮਸ ਬਣਾ ਲੈਂਦੇ ਹਾਂ ਆਪਾਂ ਜੈਲੀਜ਼ ਖਾਂਦੇ ਹਾਂ ਆਪਾਂ ਸਾਰੇ ਸ਼ੂਗਰ ਸਿਰਪ ਤੋਂ ਤਾਂ ਬਣਦੀਆਂ ਨੇ ਕਲੀਅਰ ਨੈਕਸਟ ਆਪਣਾ 20th ਕੁਐਸਚਨ ਦੇਖੋ ਸੋਡੀਅਮ ਬੈਂਜ਼ੋਨੇਟ ਇਜ਼ ਵਾਈਡਲੀ ਯੂਜ਼ਡ ਹੈ ਸੋਡੀਅਮ ਬੈਂਜ਼ੋਨੇਟ ਨੂੰ ਆਪਾਂ ਕਿਸ ਤਰੀਕੇ ਨਾਲ ਯੂਜ਼ ਕਰਦੇ ਫੂਡ ਸਟੋਰੇਜ ਨੋ ਫੂਡ ਪ੍ਰੀਜ਼ਰਵੇਸ਼ਨ ਯੈਸ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਸ਼ਨ ਬੀ ਜੋ ਆਪਣੇ ਪਿਕਲਸ ਹੁੰਦੇ ਆ ਅਚਾਰ ਯਾਨੀ ਕਿ ਪਿਕਲਸ ਹੁੰਦੇ ਆ ਅਚਾਰ ਬੋਲ ਲੈਂਦੇ ਆ ਜੈਮਸ ਹੁੰਦੇ ਆ ਇਹਨਾਂ ਨੂੰ ਬਚਾਉਣ ਦੇ ਲਈ ਇਹਨਾਂ ਦੇ ਵਿੱਚ ਸੋਡੀਅਮ ਬੈਂਜ਼ੋਨੇਟ ਪਾਇਆ ਜਾਂਦਾ ਕਲੀਅਰ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ ਆਪਸ਼ਨ ਬੀ ਨੈਕਸਟ ਗੱਲ ਕਰਦੇ ਹਾਂ 21th ਕੁਐਸਚਨ ਦੀ 21 ਕੀ ਹੈ ਐਨ ਐਗਜ਼ਾਮਪਲ ਆਫ ਆਰਟੀਫਿਸ਼ੀਅਲ ਫਾਈਬਰ ਇਜ਼ ਕਹਿੰਦੇ ਆਰਟੀਫਿਸ਼ੀਅਲ ਫਾਈਬਰ ਦੀ ਐਗਜ਼ਾਮਪਲ ਦੇਣੀ ਹੈ ਆਪਾਂ ਨੇ ਕਿ ਆਪਣੇ ਕੋਲ ਆਰਟੀਫਿਸ਼ੀਅਲ ਫਾਈਬਰ ਕੀ ਹੁੰਦਾ ਦੇਖੋ ਆਪਸ਼ਨਸ ਦੇਖ ਲਓ ਰੇਯੋਨ ਯਾਨ ਸਿਲਕ ਐਂਡ ਵੂਲ ਦੇਖੋ ਇਸ ਤੋਂ ਕੁਝ ਆਪਸ਼ਨਸ ਤਾਂ ਡਾਇਰੈਕਟ ਵੇ ਦੇ ਵਿੱਚ ਕੱਟ ਗਈਆਂ ਜਿਵੇਂ ਕਿ ਅਗਰ ਆਪਾਂ ਗੱਲ ਕਰੀਏ ਦੇਖੋ ਤੁਹਾਨੂੰ ਨਾ ਇਹ ਆਰਟੀਫਿਸ਼ੀਅਲਸ ਪਤਾ ਹੋਣੇ ਚਾਹੀਦੇ ਹੈ ਕਿ ਆਰਟੀਫਿਸ਼ੀਅਲਸ ਕਿਹੜੇ ਹੈ ਜਾਂ ਫਿਰ ਆਪਾਂ ਗੱਲ ਕਰੀਏ ਨੈਚੁਰਲ ਕਿਹੜੇ ਦੇਖੋ ਨੈਕਸਟ ਨੈਚੁਰਲ ਪੁੱਛਿਆ ਹੈ ਤਾਂ ਆਪਸ਼ਨਸ ਦੇਖ ਲੈਂਦੇ ਹਾਂ ਪਹਿਲਾਂ 21 ਦੀ ਗੱਲ ਕਰਦੇ ਹਾਂ ਰਾਇਓਨ ਯਾਨ ਸਿਲਕ ਵੂਲ ਤਾਂ ਦੇਖੋ ਅਗਰ ਆਪਾਂ ਗੱਲ ਕਰੀਏ ਜੋ ਰਾਇਓਨ ਹੈ ਇਹ ਇੱਕ ਆਰਟੀਫਿਸ਼ੀਅਲ ਫਾਈਬਰ ਹੈ ਕਿਉਂ ਕਿਉਂਕਿ ਇਹ ਕੀ ਹੈ ਇਹ ਹਿਊਮਨ ਦੁਆਰਾ ਕੈਮੀਕਲੀ ਕੀ ਕੀਤੇ ਜਾਂਦੇ ਨੇ ਪ੍ਰੀਪੇਅਰ ਕੀਤੇ ਜਾਂਦੇ ਨੇ ਮਤਲਬ ਨੈਚੁਰਲੀ ਪਲਾਂਟਸ ਜਾਂ ਐਨੀਮਲਸ ਤੋਂ ਨਹੀਂ ਬਣਦੇ ਤਾਂ ਉਹਨੂੰ ਆਰਟੀਫਿਸ਼ੀਅਲ ਫਾਈਬਰਸ ਕਹਿ ਦਿੰਦੇ ਆ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੋ ਗਿਆ ਆਪਸ਼ਨ ਏ ਹੁਣ ਜਿਵੇਂ 22 ਦੇ ਵਿੱਚ ਕੀ ਪੁੱਛ ਲਿਆ ਉਹਨਾਂ ਨੇ ਕਿ ਨੈਚੁਰਲ ਫਾਈਬਰ ਕੀ ਹੈ ਤਾਂ ਨੈਚੁਰਲ ਫਾਈਬਰ ਕਿਹੜੇ ਹੁੰਦੇ ਆ ਜੋ ਕੀ ਹੈ ਪਲਾਂਟਸ ਤੋਂ ਜਾਂ ਐਨੀਮਲਸ ਤੋਂ ਬਣੇ ਹੋਣ ਪਲਾਂਟਸ ਐਂਡ ਐਨੀਮਲਸ ਤੋਂ ਬਣੇ ਹੋਣ ਤਾਂ ਅਗਰ ਆਪਾਂ ਗੱਲ ਕਰੀਏ ਇਹਨਾਂ ਦੇ ਵਿੱਚੋਂ ਜੋ ਸਿਲਕ ਹੈ ਇਹ ਸਿਲਕ ਵੋਮ ਤੋਂ ਬਣਦਾ ਸਿਲਕ ਵੋਮ ਆਪਾਂ ਨੂੰ ਪਤਾ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ ਆਪਸ਼ਨ ਸੀ ਜੋ ਨਾਈਲੋਨ ਹੈ ਰਾਇਓਨ ਐਂਡ ਪੋਲੀਈਸਟਰ ਇਹ ਜੋ ਤਿੰਨੇ ਹੈ ਨਾ ਆਪਣੇ ਕੋਲ ਇਹ ਤਿੰਨੇ ਕੀ ਆਪਣੇ ਕੋਲ ਆਰਟੀਫਿਸ਼ੀਅਲ ਫਾਈਬਰਸ ਨੇ ਮਤਲਬ ਅਗਰ ਆਰਟੀਫਿਸ਼ੀਅਲ ਫਾਈਬਰ ਪੁੱਛ ਲੈਣ ਕਿਹੜੇ ਹੁੰਦੇ ਨਾਈਲੋਨ ਰਾਇਓਨ ਅਗਰ ਆਪਾਂ ਗੱਲ ਕਰੀਏ ਪੋਲੀਈਸਟਰ ਇਹ ਸਾਰੇ ਆਰਟੀਫਿਸ਼ੀਅਲ ਨੇ ਜੋ ਆ ਵੂਲ ਹੈ ਯਾਨ ਹੈ ਇਹ ਸਾਰੇ ਕੀ ਦੋਨੋਂ ਕੀ ਨੇ ਐਂਡ ਸਿਲਕ ਇਹ ਨੈਚੁਰਲ ਫਾਈਬਰ ਨੇ ਕਲੀਅਰ ਨੈਕਸਟ 23rd ਕੁਐਸਚਨ ਦੇਖੋ ਦ ਮੈਟਲ ਇਨ ਲਿਕੁਇਡ ਸਟੇਟ ਕਿਹੜੀ ਮੈਟਲ ਹੈ ਜੋ ਲਿਕੁਇਡ ਸਟੇਟ ਦੇ ਵਿੱਚ ਹੈ ਦੇਖੋ ਮੈਟਲ ਜ਼ਿਆਦਾਤਰ ਸੋਲਿਡ ਜਾਂ ਗੈਸਿਸ ਦੇ ਵਿੱਚ ਹੁੰਦੀਆਂ ਤਾਂ ਜੋ ਸੋਡੀਅਮ ਹੈ ਸੋਲਿਡ ਹੁੰਦਾ ਆਇਰਨ ਵੀ ਸਿਲਵਰ ਵੀ ਤਾਂ ਮਰਕਰੀ ਜੋ ਆਪਣੇ ਕੋਲ ਕੀ ਹੈ ਮੈਟਲ ਉਹ ਕੀ ਹੈ ਲਿਕੁਇਡ ਹੈ ਲਿਕੁਇਡ ਸਟੇਟ ਦੇ ਵਿੱਚ ਹੈ ਐਂਡ ਇੱਦਾਂ ਹੀ ਇੱਕ ਨੋਨ ਮੈਟਲ ਹੈ ਜੋ ਲਿਕੁਇਡ ਸਟੇਟ ਦੇ ਵਿੱਚ ਹੈ ਕਿਹੜੀ ਆਪਣੇ ਕੋਲ ਬ੍ਰੋਮਾਈਨ ਇਹ ਕੀ ਹੈ ਲਿਕੁਇਡ ਸਟੇਟ ਦੇ ਵਿੱਚ ਕਲੀਅਰ ਨੈਕਸਟ ਆਪਾਂ ਗੱਲ ਕਰਾਂਗੇ 24th ਕੁਐਸਚਨ ਦ ਗੈਸ ਵਿਚ ਸਪੋਰਟਸ ਕੰਬਸ਼ਨ ਜੋ ਅੱਗ ਲਗਾਉਣ ਦੇ ਕੰਮ ਆਵੇ ਉਹ ਕਿਹੜੀ ਗੈਸ ਹੁੰਦੀ ਹੈ ਹਾਈਡਰੋਜਨ ਕਾਰਬਨ ਡਾਈਆਕਸਾਈਡ ਆਕਸੀਜਨ ਐਂਡ ਨਿਓਨ ਦੇਖੋ ਜੋ ਕਾਰਬਨ ਡਾਈਆਕਸਾਈਡ ਹੈ ਇਹ ਅੱਗ ਬੁਝਾਉਣ ਦੇ ਕੰਮ ਆਉਂਦੀ ਹੈ ਤਾਂ ਕੈਂਸਲ ਹੋ ਗਿਆ ਨਿਓਨ ਬਲਬਸ ਦੇ ਵਿੱਚ ਹੁੰਦੀ ਹੈ ਹਾਈਡਰੋਜਨ ਵੀ ਨਹੀਂ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ ਆਪਸ਼ਨ ਸੀ ਆਕਸੀਜਨ ਜੋ ਕਿਸੇ ਵੀ ਚੀਜ਼ ਨੂੰ ਬਰਨ ਕਰਨ ਦੇ ਵਿੱਚ ਹੈਲਪ ਕਰਦੀ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ आई थिंक 25 हो गए 24 हो गए 25 क्वेश्चन की गल करते हैं 25 क्वेश्चन की है कैमिकल फॉर्मूला ऑफ प्लास्टर ऑफ पेरिस एंड जिप्सम
देखो सब तो पहला की अपने को प्लास्टर ऑफ पैरिस का की फॉर्मूला होंदा है कैल्शियम सल्फेट डॉट हाफ वाटर का मॉलिक्यूल हाफ H2O। तो इस क्वेश्चन का राइट आंसर क्या आ गया ऑप्शन बी आ गया। ठीक है जी, 3 वाला तो कुछ होंगे ही नहीं तो कट ही दो, नन ऑफ दीज भी नहीं आऊगा। तो देखो जे तुहानूं किहदा पुछ लिया जिप्सम का पुछ लिया तो जिप्सम का की होंदा कैल्शियम सल्फेट डॉट 2 वाटर के मॉलिक्यूल इस दे विच की आ जाते हैं 2 वाटर के मॉलिक्यूल आ जाते हैं। तो अगर आप गल करिए इस दे विच हाफ कट के क्योंकि ये तो प्लास्टर ऑफ पैरिस का होंगे। अगर मैं गल करा 1 मॉलिक्यूल भी नहीं होंगे 2 वाटर के मॉलिक्यूल होंगे तो राइट आंसर की आ गया ऑप्शन बी, दोनों का बी भी सही सी। नैक्सट आप गल करा 27th क्वेश्चन की। हाँ जी 27th क्वेश्चन की है विच ऑफ द फॉलोइंग इज कॉमन एंटाएसिड इन्हों के कॉमन एंटाएसिड की है किहड़ा इन्हों ऑप्शन देख लो सोडियम हाइड्रोक्साइड मैगनीशियम हाइड्रोक्साइड ठीक है जी कैल्शियम हाइड्रोक्साइड या पोटाशियम हाइड्रोक्साइड। तो अपने को कॉमन की है मैगनीशियम हाइड्रोक्साइड जिन्हों आप की बोल दें मिल्क ऑफ मैगनीशिया भी बोल सकते हैं जिदी की होंगी है मैगनीशिया जिसकी हाई पावर होंगी है एसिड नू न्यूट्रलाइज करने के लिए एक बेसिक होंगे नेचर के जो एसिड नू न्यूट्रलाइज ईजली कर देंगे हाई पावर होंगी है। तो इस क्वेश्चन का राइट आंसर ऑप्शन बी आ गया। नैक्सट की है 28th क्वेश्चन देख लो द ड्रग विच इज़ इफैक्टिव इन क्यूरिंग मलेरिया के इलाज के लिए किहड़ा ड्रग लैने आप क्यूनीन एनालीगिन एस्पिरिन या इक्वानिल। देखो अगर आप गल करिए मलेरिया लिए आपां नूं पता होना चाहिए किहड़ी हुंदी है क्यूनीन। इस क्वेश्चन का राइट आंसर ऑप्शन ए है क्यूनीन कित्थों बनती है बार्क तो जो ट्री है बार्क ट्री उस तो की है क्यूनीन बनाई जाती है ड्रग तैयार किया जाता है जो मलेरिया की बीमारी नूं इलाज करने के लिए ठीक करने के लिए यूज़ किया जाता है। क्लीयर। नैक्सट आप गल करेंगे देखो पीटैट दे विच आया हुआ 29th क्वेश्चन। हाँ जी 29th की अपने को विच ऑफ द फॉलोइंग इज़ नैचुरल पॉलीमर फिर उदा का क्वेश्चन बनया है पीटैट दे विच मैं तां ही कहा से तुहानूं पता होना चाहिए किहड़े नैचुरल ने किहड़े आर्टिफिशियल ने क्योंकि क्वेश्चन किसी तरीके नाल बन सकता है। अगर पिछली बार ये नैचुरल पूछ रहे हैं ऐतकी आर्टिफिशियल पूछ सकते हैं लास्ट टाइम पीटैट च पूछा गया ऐतकी ईटीटी च पूछ सकते हैं तो किसी भी तरीके का क्वेश्चन किते भी आ सकता है। हाँ जी तो नाइलॉन की सी अपने को आर्टिफिशियल कट कर दो पॉलीस्टर भी आर्टिफिशियल सी रायोन भी आर्टिफिशियल सी की बच गया कॉटन। कॉटन प्लांट्स तो मिलती है कॉटन कितों मिलती है प्लांट्स तो मिलती है देखी होगी कॉटन दे तुसी प्लांट इदा फुलावर वांगू होंगे है इदा गोल ये कि आप प्लक करनी होंगी है रूह ठीक है जी कॉटन नूं। तो इस क्वेश्चन का राइट आंसर क्या गया ऑप्शन ए आ गया कॉटन की एक नैचुरल पॉलीमर है। क्लीयर। नैक्सट आप 30th क्वेश्चन करांगे। हाँ जी 30th क्वेश्चन की है बायोगैस इज़ यूजड फॉर बायोगैस नूं आपां किस तरीके नाल की है किस दे विच यूज़ करते हैं रनिंग इंजनस दे विच की है यूज़ किया जाता है या फिर क्या है इरीगेशन मतलब संचाई करन दे लई ऑप्शन सी है स्ट्रीट लाइटिंग दे विच ऑप्शन डी ऑल ऑफ द अबव। देखो जो बायोगैस है अज के टाइम दे विच हर चीज़ के लिए यूज़ की जाती है तो इस क्वेश्चन का राइट आंसर ऑप्शन डी। देखो ज़्यादातर ना जो ऑल ऑफ दीज ऑप्शन आ जाए तो उही होंगी है तो ये ध्यान दे विच रखियो। अगर तुहानूं मान लो क्वेश्चन नहीं पता और आंसरस भी तुहानूं क्लीयर नहीं है बट ऑप्शन है ऑल ऑफ दीज मतलब अगर आप गल करिए 90% चांस होंगे ने ऑल ऑफ दीज आने ठीक है। तो मतलब मैं हर बार नहीं कहती बट चांसिस होंगे तो ये ध्यान च रख लियो। नैक्सट की अपने को 31th क्वेश्चन की है अज 32 करांगे। क्लीयर। मैनू जरूर दसियो अज की वीडियो किद्दां लगी। 31 क्वेश्चन देखो की है एग्जाम्पल ऑफ फॉसिल फ्यूल्स आर फॉसिल फ्यूल तुहानूं पता होने चाहिए जो कि है जिन्होंने बनन दे विच काफ़ी टाइम लगता है जिन्होंने आपां की है कित्थों लैंदे आ अपनी धरती के अंडर जिन्ने भी प्लांट्स वगैरह या एनीमल्स की बॉडीज़ बरीड हो गई सी दबियाँ गई सी उन्होंने तो यह कि काफ़ी सालों बाद क्या फॉसिल फ्यूल्स बने सी। ऑप्शंस देख लो कोल पेट्रोलीयम नैचुरल गैस या ऑप्शन डी ऑल ऑफ द अबव। तो देखो कोल भी अपने कोल की है फॉसिल फ्यूल है पेट्रोलीयम भी नैचुरल गैस भी तो ऑप्शन की आ गया ऑल ऑफ द अबव। तो इस क्वेश्चन का राइट आंसर भी की आ गया ऑप्शन डी आ गया। क्लीयर। नैक्सट आप 32 क्वेश्चन देख लैंने लिगेनाइट बिटमेनियस एंथ्रेसाइट आर द वैराइटीज़ ऑफ किस दियाँ वैराइटीज़ ने। इस तो इलावा एक होर की होंगी है पीट फोर्थ वन इज़ पीट ये चारे किस दियाँ वैराइटीज़ ने कोल दियाँ पेट्रोलीयम का भी नहीं नैचुरल गैस भी नन ऑफ द अबव भी नहीं
ਕੋਲ ਦੀਆਂ 4 ਵਰਾਇਟੀਜ਼ ਨੇ, ਲਿਗਨਾਈਟ, ਬਿਟਮੀਨੀਅਸ, ਐਂਥ੍ਰੇਸਾਈਟ ਐਂਡ ਪੀਟ। ਕਲੀਅਰ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ? ਆਪਸ਼ਨ ਸੀ। ਉਮੀਦ ਹੈ ਤੁਹਾਨੂੰ 30 ਕੁਐਸਚਨਸ ਕਲੀਅਰ ਹੋਏ ਹੋਣੇ, ਵਧੀਆ ਤਰੀਕੇ ਨਾਲ ਕਲੀਅਰ ਹੋਏ ਹੋਣੇ, ਠੀਕ ਹੈ ਜੀ। ਤਾਂ ਅਗਰ ਤੁਹਾਨੂੰ ਕੁਐਸਚਨਸ ਮਤਲਬ MCQs ਜਾਂ ਕੁਐਸਚਨਸ ਵਧੀਆ ਲੱਗੇ ਨੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ ਜੋ ETT ਦਾ ਜਾਂ PTET ਦਾ ਐਗਜ਼ਾਮ ਦੇਣ ਵਾਲੇ ਨੇ, ਉਹਨਾਂ ਨਾਲ ਸ਼ੇਅਰ ਕਰੋ ਇਸ ਵੀਡੀਓ ਨੂੰ, ਠੀਕ ਹੈ ਜੀ। ਐਂਡ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਮੈਨੂੰ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ, ਠੀਕ ਹੈ ਜੀ। ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਨਹੀਂ ਕੀਤਾ। ਥੈਂਕ ਯੂ ਸੋ ਮਚ, ਥੈਂਕ ਯੂ।